हाँ जी, स्वागत है जी तुहाडा सारिਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਮਾਸਟਰ ਕੈਡਰ ਹਿਸਟਰੀ ਮਿਡੀਵਲ ਹਿਸਟਰੀ ਆਪਾਂ ਜਿਹੜੀ ਸਟਾਰਟ ਕਰੀ ਹੋਈ ਹੈ, ਜਿਹਨੂੰ ਮੱਧਕਾਲੀਨ ਭਾਰਤ ਦਾ ਇਤਿਹਾਸ ਕਹਿੰਦੇ ਨੇ। ਸੋ ਵਿਜੇਨਗਰ ਸਾਮਰਾਜ ਆਪਣਾ ਟੌਪਿਕ ਹੈ ਜਿਹੜਾ ਉਹ ਚੱਲ ਰਿਹਾ ਹੈ। ਸੋ ਇਹਦੇ ਨਾਲ ਬਣਦੇ ਸੰਬੰਧਿਤ ਜਿਹੜੇ MCQ ਪ੍ਰਸ਼ਨ ਉੱਤਰ ਹੈ ਉਹ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ। ਸੋ ਲੈਕਚਰ 11 ਲੈ ਕੇ ਆਏ ਹਾਂ। ਜੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਤੇ ਪ੍ਰੈਸ ਜ਼ਰੂਰ ਕਰ ਲਿਓ, ਤਾਂ ਇਹ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਜਿਹੜੀ ਸਮੇਂ ਸਿਰ ਮਿਲਦੀ ਰਹੇ। ਜਿਨ੍ਹਾਂ ਨੇ ਹਾਲੇ ਤੱਕ ਪਹਿਲਾਂ ਵਾਲੇ ਭਾਗ ਰੀਡ ਨਹੀਂ ਕੀਤੇ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ, ਇੱਥੇ ਜਾ ਕੇ ਰੀਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 241 ਤੋਂ ਸਟਾਰਟ ਕਰਾਂਗੇ। ਅਮੁਕਤ ਮਾਲਿਆ ਕਿਸ ਨਾਲ ਸੰਬੰਧਿਤ ਹੈ, ਇਹ ਦੱਸਣਾ ਹੈ। ਸਾਹਿਤ ਨਾਲ, ਰਾਜਨੀਤੀ ਤੇ ਪ੍ਰਸ਼ਾਸਨ ਨਾਲ, ਯੁੱਧ ਨੀਤੀ ਨਾਲ ਜਾਂ ਫਿਰ ਕਲਾ ਨਾਲ। ਤਾਂ ਅਮੁਕਤ ਮਾਲਿਆ ਜਿਹੜਾ ਸੰਬੰਧਿਤ ਹੈ ਉਹ ਸਾਹਿਤ ਨਾਲ ਹੈ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਵਿਜੇਨਗਰ ਸਾਮਰਾਜ ਦੀ ਅਰਥ ਵਿਵਸਥਾ ਨੂੰ ਪੇਸ਼ ਕਰਨ ਵਾਲਾ ਪਹਿਲਾ ਵਿਦੇਸ਼ੀ ਯਾਤਰੀ ਕੌਣ ਸੀਗਾ? ਜਿਹਨੇ ਵਿਜੇਨਗਰ ਸਾਮਰਾਜ ਦੀ ਅਰਥ ਵਿਵਸਥਾ ਸੀ ਜਿਹੜੀ ਪੇਸ਼ ਕੀਤੀ ਸੀ ਅਤੇ ਵਿਦੇਸ਼ੀ ਯਾਤਰੀ ਸੀਗਾ ਉਹ ਕੌਣ ਸੀ? ਉਸ ਨੇ ਨਿਕੋਲੇ ਕਾਂਟੀ, ਅਬਦੁਲ ਰਜ਼ਾਕ, ਇਬਨ ਬਤੂਤਾ ਜਾਂ ਮਾਰਕੋ ਪੋਲੋ। ਸੋ ਸਾਰੇ ਵਿਦੇਸ਼ੀ ਯਾਤਰੀ ਨੇ। ਸੋ ਇਹਨਾਂ ਵਿੱਚੋਂ ਜਿਹੜਾ ਵਿਦੇਸ਼ੀ ਯਾਤਰੀ ਸੀ ਜਿਹਨੇ ਵਿਜੇਨਗਰ ਸਾਮਰਾਜ ਦੀ ਅਰਥ ਵਿਵਸਥਾ ਨੂੰ ਪੇਸ਼ ਕੀਤਾ ਸੀਗਾ ਉਹ ਸੀਗਾ ਅਬਦੁਲ ਰਜ਼ਾਕ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਸੋ ਚੱਲਦੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ। ਅੱਗੇ ਨੀਚੇ ਜੁੱਟ ਦਿੱਤੇ ਗਏ ਨੇ, ਕਿਹੜਾ ਜੁੱਟ ਸਹੀ ਨਹੀਂ ਹੈ ਇਹ ਦੱਸਣਾ ਹੈ। ਨਿਕੋਈ ਕਾਂਟੀ ਇਟਲੀ, ਅਬਦੁਲ ਰਜ਼ਾਕ, ਡੋਮਿਨੋਗੋਸ ਪਾਇਸ ਪੁਰਤਗਾਲੀ ਜਾਂ ਮਾਰਕੋ ਪੋਲੋ ਈਰਾਨ। ਤਾਂ ਇਹਦੇ ਵਿੱਚ ਜੁੱਟ ਆ ਜਿਹੜਾ ਸਹੀ ਨਹੀਂ ਹੈ ਉਹ ਹੈਗੀ ਆਪਸ਼ਨ ਸੱਸਾ ਮਾਰਕੋ ਪੋਲੋ ਈਰਾਨ, ਯਾਨੀ ਕਿ ਈਰਾਨ ਦਾ ਨਹੀਂ ਸੀ, ਇਹ ਜੁੱਟ ਸਹੀ ਨਹੀਂ ਸੀ। ਇਸ ਤੋਂ ਇਲਾਵਾ ਨਿਕੋਈ ਕਾਂਟੀ ਜਿਹੜਾ ਇਟਲੀ ਦਾ ਸੀਗਾ, ਡੋਮਿਨਗੋਸ ਪਾਇਸ ਸੀ ਜਿਹੜਾ ਉਹ ਪੁਰਤਗਾਲੀ ਦਾ ਸੀ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਵਿਜੇਨਗਰ ਸਾਮਰਾਜ ਦੇ ਵਿੱਚ ਪ੍ਰਾਂਤ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਜਿਹੜਾ ਪ੍ਰਾਂਤ ਦਾ ਮੁਖੀ ਹੁੰਦਾ ਸੀਗਾ ਵਿਜੇਨਗਰ ਸਾਮਰਾਜ ਦੇ ਵਿੱਚ, ਪ੍ਰਾਂਤਪਤੀ ਜਾਂ ਨਾਇਕ, ਪ੍ਰਧਾਨ ਮੰਤਰੀ, ਵਜ਼ੀਰ ਜਾਂ ਫਿਰ ਸੁਲਤਾਨ। ਤਾਂ ਵਿਜੇਨਗਰ ਸਾਮਰਾਜ ਦੇ ਵਿੱਚ ਜੋ ਪ੍ਰਾਂਤ ਦਾ ਮੁਖੀ ਹੁੰਦਾ ਸੀਗਾ ਤਾਂ ਉਸ ਨੂੰ ਨਾਇਕ ਜਾਂ ਪ੍ਰਾਂਤਪਤੀ ਕਿਹਾ ਜਾਂਦਾ ਸੀਗਾ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਵਿਜੇਨਗਰ ਸਾਮਰਾਜ ਦੇ ਵਿੱਚ ਪ੍ਰਾਂਤਾਂ ਨੂੰ ਜ਼ਿਲ੍ਹੇ ਵਿੱਚ ਵੰਡਿਆ ਜਾਂਦਾ ਸੀ ਤਾਂ ਉਸ ਨੂੰ ਕੀ ਕਿਹਾ ਜਾਂਦਾ ਸੀਗਾ? ਨਾਡੂ ਕੋਟਮ, ਨਾਡੂ ਜਾਂ ਕੋਟਮ ਅਲੱਗ-ਅਲੱਗ ਨਾਮ ਨੇ, ਭੁਗਤੀ, ਜ਼ਿਲ੍ਹਾ ਜਾਂ ਪ੍ਰਸ਼ਾਸਨਿਕ ਇਕਾਈ। ਤਾਂ ਵਿਜੇਨਗਰ ਸਾਮਰਾਜ ਦੇ ਵਿੱਚ ਜਿਹੜਾ ਪ੍ਰਾਂਤਾਂ ਨੂੰ ਜ਼ਿਲ੍ਹੇ ਦੇ ਵਿੱਚ ਵੰਡਣ ਜਾਣ ਨੂੰ ਜਿਹੜਾ ਨਾਡੂ ਜਾਂ ਕੋਟਮ ਕਿਹਾ ਜਾਂਦਾ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਵਿਜੇਨਗਰ ਸਾਮਰਾਜ ਦੇ ਸਮੇਂ ਕੇਂਦਰੀ ਸਰਕਾਰ ਵਿੱਚ ਪਿੰਡਾਂ ਦੇ ਪ੍ਰਬੰਧ ਦੀ ਨਿਗਰਾਨੀ ਕਿਸ ਦੁਆਰਾ ਕੀਤੀ ਜਾਂਦੀ ਸੀ? ਨਾਇਕ, ਪ੍ਰਧਾਨ ਮੰਤਰੀ, ਮੁਲਤਾਨ ਜਾਂ ਮਹਾਨਾਇਕ ਚਾਰੀਆ ਦੁਆਰਾ। ਤਾਂ ਵਿਜੇ ਸਾਮਰਾਜ ਦੇ ਸਮੇਂ ਜਿਹੜੇ ਕੇਂਦਰ ਸਰਕਾਰ ਦੇ ਪਿੰਡਾਂ ਦਾ ਪ੍ਰਬੰਧ ਹੁੰਦਾ ਸੀ ਤਾਂ ਇਸ ਸਾਰੇ ਪ੍ਰਬੰਧ ਦੀ ਨਿਗਰਾਨੀ ਸੀ ਜਿਹੜੀ ਮਹਾਨਾਇਕ ਚਾਰੀਆ ਦੇ ਦੁਆਰਾ ਕੀਤੀ ਜਾਂਦੀ ਸੀ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕ੍ਰਿਸ਼ਨ ਦੇਵ ਰਾਏ ਬਾਰੇ ਕਿਹੜਾ ਕਥਨ ਹੈ ਜਿਹੜਾ ਸਹੀ ਨਹੀਂ ਹੈ? ਉਹ ਤੇਲਗੂ ਭਾਸ਼ਾ ਦਾ ਮਹਾਨ ਵਿਦਵਾਨ ਸੀ। ਸੋ ਕੱਲ੍ਹ ਆਪਾਂ ਕ੍ਰਿਸ਼ਨ ਦੇਵ ਰਾਏ ਬਾਰੇ ਪ੍ਰਸ਼ਨ ਪੜ੍ਹੇ ਸੀਗੇ ਕੱਲ੍ਹ ਵਾਲੇ ਭਾਗ ਦੇ ਵਿੱਚ। ਕ੍ਰਿਸ਼ਨ ਦੇਵ ਰਾਏ ਨੂੰ ਆਂਧਰਾ ਦਾ ਭੋਜ ਕਿਹਾ ਜਾਂਦਾ ਸੀ। ਉਸਨੇ ਜੰਬਾਵਤ ਕਲਿਆਣਮ ਦੀ ਰਚਨਾ ਹਿੰਦੀ ਭਾਸ਼ਾ ਦੇ ਵਿੱਚ ਕੀਤੀ ਸੀ। ਅਸ਼ਟ ਦਿਗਜ ਉਸਦੇ 8 ਦਰਬਾਰੀ ਕਵੀ ਸਨ। ਤਾਂ ਇਹਦੇ ਵਿੱਚ ਜਿਹੜਾ ਕਥਨ ਸਹੀ ਨਹੀਂ ਹੈ ਕ੍ਰਿਸ਼ਨ ਦੇਵ ਰਾਏ ਦੇ ਬਾਰੇ ਉਹ ਹੈ ਆਪਸ਼ਨ ਈਡੀ। ਉਸਨੇ ਜਮਾਵਤ ਕਲਿਆਣਮ ਦੀ ਰਚਨਾ ਸੀ ਜਿਹੜੀ ਹਿੰਦੀ ਭਾਸ਼ਾ ਦੇ ਵਿੱਚ ਕੀਤੀ ਸੀ। ਸੋ ਹਿੰਦੀ ਭਾਸ਼ਾ ਦੇ ਵਿੱਚ ਇਸ ਦੀ ਰਚਨਾ ਜਿਹੜੀ ਨਹੀਂ ਕੀਤੀ ਗਈ ਸੀ। ਇਸ ਤੋਂ ਇਲਾਵਾ ਤੇਲਗੂ ਭਾਸ਼ਾ ਦਾ ਮਹਾਨ ਵਿਦਵਾਨ ਸੀ, ਇਹ ਵੀ ਸਹੀ ਹੈ। ਆਂਧਰਾ ਦਾ ਭੋਜ ਸੀ ਜਿਹੜਾ ਕ੍ਰਿਸ਼ਨ ਦੇਵ ਰਾਏ ਨੂੰ ਕਿਹਾ ਜਾਂਦਾ ਸੀ। ਅਸ਼ਟ ਦਿਗਜ ਉਸ ਦੇ ਦਰਬਾਰ ਵਿੱਚ 8 ਦਰਬਾਰੀ ਕਵੀ ਸੀਗੇ। ਸੋ ਇਹ ਕੱਲ੍ਹ ਵਾਲੇ ਭਾਗ ਦੇ ਵਿੱਚ ਇਹ ਪ੍ਰਸ਼ਨ ਸੀ ਜਿਹੜਾ ਉਹ ਰੀਡ ਕੀਤਾ ਸੀਗਾ। ਸੋ ਇਹਦੀਆਂ ਰਚਨਾਵਾਂ ਵੀ ਸੀ। ਜਮਾਵਤ ਕਲਿਆਣਮ ਸੀ ਜਿਹੜੀ ਉਹ ਸੰਸਕ੍ਰਿਤ ਦੀ ਰਚਨਾ ਸੀਗੀ। ਅਮੁਕਤ ਮਾਲਿਆ ਸੀ ਜਿਹੜੀ ਉਹ ਤੇਲਗੂ ਭਾਸ਼ਾ ਦੀ ਜਿਹੜੀ ਰਚਨਾ ਸੀ।
ਸੋ ਇਸ ਤੋਂ ਇਲਾਵਾ ਅਸ਼ਟਦਿਗਸ ਸੀ ਜਿਹੜੇ ਇਹਦੇ ਦਰਬਾਰ ਦੇ ਵਿੱਚ ਸੀਗੇ 8 ਦਰਬਾਰੀ ਕਵੀ। ਅਗਲਾ ਪ੍ਰਸ਼ਨ ਹੈ ਵਿਜੇਨਗਰ ਸਾਮਰਾਜ ਦੇ ਵਿੱਚ ਅਬਦੁਲ ਰਜ਼ਾਕ ਕਿਸ ਸਮੇਂ ਆਇਆ ਸੀਗਾ? ਦੇਵਰਾਏ ਪਹਿਲਾ, ਦੇਵਰਾਏ ਦੂਜਾ, ਕ੍ਰਿਸ਼ਨ ਦੇਵ ਰਾਏ ਜਾਂ ਬੁੱਕਾ ਰਾਏ। ਤਾਂ ਵਿਜੇਨਗਰ ਸਾਮਰਾਜ ਦੇ ਵਿੱਚ ਜੋ ਅਬਦੁਲ ਰਜ਼ਾਕ ਸੀਗਾ ਉਹ ਦੇਵਰਾਏ ਦੂਜੇ ਦੇ ਸਮੇਂ ਸੀਗਾ ਜਿਹੜਾ ਆਇਆ ਸੀਗਾ। ਸੋ ਅਬਦੁਲ ਰਜ਼ਾਕ ਵਿਦੇਸ਼ੀ ਯਾਤਰੀ ਸੀ ਜਿਹਨੇ ਵਿਜੇ ਸਾਮਰਾਜ ਦੀ ਅਰਥ ਵਿਵਸਥਾ ਨੂੰ ਪੇਸ਼ ਕੀਤਾ ਸੀ। ਤਾਂ ਇਹ ਦੇਵਰਾਏ ਦੂਜੇ ਸ਼ਾਸਕ ਦੇ ਸਮੇਂ ਹੈ ਜਿਹੜਾ ਵਿਜੇਨਗਰ ਸਾਮਰਾਜ ਦੇ ਵਿੱਚ ਆਇਆ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕਿਸ ਬ੍ਰਾਹਮਣੀ ਸ਼ਾਸਕ ਨੇ ਦੇਵਰਾਏ ਦੂਜੇ ਦੇ ਸ਼ਾਸਨ ਕਾਲ ਵਿੱਚ ਵਿਜੇਨਗਰ 'ਤੇ ਹਮਲਾ ਕੀਤਾ ਸੀ? ਅਹਿਮਦ ਸ਼ਾਹ ਪਹਿਲਾ, ਯੂਸਫ ਆਦਿਲ ਸ਼ਾਹ, ਮਲਿਕ ਅਹਿਮਦ ਜਾਂ ਅਮੀਰ ਅਲੀ। ਤਾਂ ਉਹ ਸੀਗਾ ਜੀ ਅਹਿਮਦ ਸ਼ਾਹ ਪਹਿਲਾ ਜੋ ਬ੍ਰਾਹਮਣੀ ਸ਼ਾਸਕ ਸੀਗਾ। ਤਾਂ ਇਸ ਨੇ ਦੇਵਰਾਏ ਦੂਜੇ ਦੇ ਸ਼ਾਸਨ ਕਾਲ ਵਿੱਚ ਵਿਜੇਨਗਰ ਸਾਮਰਾਜ 'ਤੇ ਹਮਲਾ ਸੀ ਜਿਹੜਾ ਕੀਤਾ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਉਸ ਸ਼ਾਸਕ ਦਾ ਨਾਂ ਦੱਸੋ ਜਿਸ ਨੇ ਸੈਨਾ ਦੇ ਵਿੱਚ ਮੁਸਲਿਮ ਘੋੜਸਵਾਰਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ? ਦੇਵਰਾਏ ਪਹਿਲਾ, ਦੇਵਰਾਏ ਦੂਜਾ, ਕ੍ਰਿਸ਼ਨ ਦੇਵ ਰਾਏ ਜਾਂ ਨਰਸ ਨਾਇਕ ਨੇ। ਤਾਂ ਉਹ ਸ਼ਾਸਕ ਸੀਗਾ ਦੇਵਰਾਏ ਦੂਜਾ ਜਿਹਨੇ ਆਪਣੀ ਸੈਨਾ ਦੇ ਵਿੱਚ ਮੁਸਲਮਾਨ ਘੋੜਸਵਾਰ ਦੀ ਭਰਤੀ ਹੈ ਜਿਹੜੀ ਸ਼ੁਰੂ ਕੀਤੀ ਸੀ। ਮੁਸਲਿਮ ਘੋੜਸਵਾਰ ਸੀ ਜਿਹੜੇ ਉਹਨਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ। ਤਾਂ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਵਿਜੇਨਗਰ ਸਾਮਰਾਜ ਦੇ ਵਿੱਚ ਸਭ ਤੋਂ ਵੱਧ ਆਯਾਤ ਕੀਤੀ ਜਾਣ ਵਾਲੀ ਵਸਤੂ ਕਿਹੜੀ ਸੀ? ਇੱਕ ਹੁੰਦਾ ਆਯਾਤ, ਇੱਕ ਹੁੰਦਾ ਨਿਰਯਾਤ। ਸੋਨਾ, ਰੂੰ, ਘੋੜੇ ਜਾਂ ਫਿਰ ਚਾਂਦੀ। ਤਾਂ ਸਭ ਤੋਂ ਵੱਧ ਆਯਾਤ ਕੀਤੀ ਜਾਣ ਵਾਲੀ ਵਸਤੂ ਸੀ ਜਿਹੜੀ ਵਿਜੇਨਗਰ ਸਾਮਰਾਜ ਦੇ ਵਿੱਚ ਉਹ ਸੀ ਘੋੜੇ। ਆਯਾਤ ਯਾਨੀ ਕਿ ਲੈਣਾ, ਨਿਰਯਾਤ ਯਾਨੀ ਕਿ ਦੇਣਾ, ਯਾਨੀ ਕਿ ਆਦਾਨ ਪ੍ਰਦਾਨ ਕਰਨਾ ਜਿਹਨੂੰ ਕਿਹਾ ਜਾਂਦਾ ਹੈ। ਤਾਂ ਘੋੜੇ ਆ ਜਿਹੜੇ ਵਿਜੇਨਗਰ ਸਾਮਰਾਜ ਦੇ ਵਿੱਚ ਸਭ ਤੋਂ ਵੱਧ ਆਯਾਤ ਕੀਤੇ ਜਾਂਦੇ ਸੀਗੇ। ਅਗਲਾ ਪ੍ਰਸ਼ਨ ਹੈ ਕ੍ਰਿਸ਼ਨ ਦੇਵ ਰਾਏ ਨੇ ਕਿਸ ਪੁਰਤਗਾਲੀ ਗਵਰਨਰ ਨਾਲ ਮਿੱਤਰਤਾ ਪੂਰਵਕ ਸੰਬੰਧ ਸੀ ਜਿਹੜੇ ਬਣਾਏ ਸੀ? ਅਲਬੁਕਰਕ, ਵਾਸਕੋ ਡੀ ਗਾਮਾ, ਡੋਮਿਨਗੋਸ ਪਾਇਸ ਜਾਂ ਅਬਦੁਲ ਰਜ਼ਾਕ। ਤਾਂ ਉਹ ਪੁਰਤਗਾਲੀ ਗਵਰਨਰ ਸੀਗਾ ਅਲਬੁਕਰਕ ਜਿਹਦੇ ਨਾਲ ਕ੍ਰਿਸ਼ਨ ਦੇਵ ਰਾਏ ਨੇ ਮਿੱਤਰਤਾ ਪੂਰਵਕ ਸੰਬੰਧ ਬਣਾਏ ਸੀਗੇ। ਤਾਂ ਇਹ ਪੁਰਤਗਾਲੀ ਗਵਰਨਰ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕ੍ਰਿਸ਼ਨ ਦੇਵ ਰਾਏ ਕਿਸ ਮੁਗਲ ਸ਼ਾਸਕ ਦਾ ਸਮਕਾਲੀ ਸੀ? ਬਾਬਰ ਦਾ, ਹਮਾਯੂ ਦਾ, ਜਹਾਂਗੀਰ ਦਾ ਜਾਂ ਫਿਰ ਅਕਬਰ ਦਾ। ਤਾਂ ਕ੍ਰਿਸ਼ਨ ਦੇਵ ਰਾਏ ਸੀ ਜਿਹੜਾ ਉਹ ਬਾਬਰ ਮੁਗਲ ਸ਼ਾਸਕ ਹੋਏ ਨੇ ਉਹਨਾਂ ਦਾ ਸਮਕਾਲੀ ਹੋਇਆ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਡੋਮਿਨਗੋਸ ਪਾਇਸ ਨਾਮਕ ਪੁਰਤਗਾਲੀ ਕਿਸ ਸ਼ਾਸਕ ਦੇ ਸਮੇਂ ਵਿਜੇਨਗਰ ਸਾਮਰਾਜ ਦੇ ਵਿੱਚ ਆਇਆ ਸੀ? ਕ੍ਰਿਸ਼ਨ ਦੇਵ ਰਾਏ ਦੇ ਜਾਂ ਦੇਵਰਾਏ ਪਹਿਲੇ ਦੇ ਜਾਂ ਦੇਵਰਾਏ ਦੂਜੇ ਦੇ ਜਾਂ ਫਿਰ ਹਰੀਹਰ ਦੂਜੇ ਦੇ। ਤਾਂ ਡੋਮਿਨਗੋਸ ਪਾਇਸ ਨਾਮ ਕਿਹੜਾ ਪੁਰਤਗਾਲੀ ਸੀ ਇਹ ਕ੍ਰਿਸ਼ਨ ਦੇਵ ਰਾਏ ਦੇ ਸਮੇਂ ਵਿਜੇਨਗਰ ਸਾਮਰਾਜ ਦੇ ਵਿੱਚ ਆਇਆ ਸੀਗਾ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕ੍ਰਿਸ਼ਨ ਦੇਵ ਰਾਏ ਦੇ ਉੱਤਰਾਧਿਕਾਰੀ ਦਾ ਕੀ ਨਾਮ ਸੀਗਾ? ਅਗਲਾ ਉੱਤਰਾਧਿਕਾਰੀ ਕੌਣ ਬਣਿਆ ਸੀਗਾ? ਦੇਵਰਾਏ ਦੂਜਾ, ਕ੍ਰਿਸ਼ਨ ਦੇਵ ਰਾਏ ਦੂਜਾ, ਅਚਯੁਤ ਦੇਵ ਰਾਏ ਜਾਂ ਹਰੀਹਰ ਦੂਜਾ। ਤਾਂ ਕ੍ਰਿਸ਼ਨ ਦੇਵ ਰਾਏ ਦਾ ਜਿਹੜਾ ਉੱਤਰਾਧਿਕਾਰੀ ਸੀਗਾ ਉਹ ਅਚਯੁਤ ਦੇਵ ਰਾਏ ਸੀਗੇ। ਸੋ ਇੱਥੇ ਕਈ ਵਾਰ ਕ੍ਰਿਸ਼ਨ ਦੇਵ ਰਾਏ ਦੂਜਾ ਵੀ ਲਾ ਸਕਦੇ ਨੇ ਜਾਂ ਦੇਵ ਰਾਏ ਦੂਜਾ। ਤਾਂ ਨਾ ਊੜਾ ਨਾ ਆੜਾ ਤੀਜੀ ਆਪਸ਼ਨ ਹੈ। ਅਚਯੁਤ ਰਾਏ ਦੇਵ ਰਾਏ ਸੀਗੇ ਜਿਹੜੇ ਕ੍ਰਿਸ਼ਨ ਦੇਵ ਰਾਏ ਦੇ ਅਗਲੇ ਉੱਤਰਾਧਿਕਾਰੀ ਸੀਗੇ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਅੱਗੇ ਫਾਰਨੋ ਨੂਜੀ ਪੁਰਤਗਾਲੀ ਘੋੜਾ ਵਪਾਰੀ ਵਿਜੇਨਗਰ ਸਾਮਰਾਜ ਦੇ ਵਿੱਚ ਕਿਸ ਸ਼ਾਸਕ ਦੇ ਸਮੇਂ ਆਇਆ ਸੀ? ਤਾਂ ਇਹ ਘੋੜਾ ਵਪਾਰੀ ਸੀਗਾ ਕ੍ਰਿਸ਼ਨ ਦੇਵ ਦੂਜਾ, ਅਚਯੁਤ ਦੇਵ ਰਾਏ, ਹਰੀਹਰ ਦੂਜਾ ਜਾਂ ਫਿਰ ਦੇਵ ਰਾਏ ਪਹਿਲਾ।
ਤਾਂ ਫਾਰਨੂਜੀ ਪੁਰਤਗਾਲੀ ਜਿਹੜਾ ਘੋੜਾ ਵਪਾਰੀ ਸੀ। ਵਿਜੇਨਗਰ ਸਾਮਰਾਜ ਦੇ ਵਿੱਚ ਅਚਯੁਤ ਦੇਵ ਰਾਏ ਸ਼ਾਸਕ ਦੇ ਸਮੇਂ ਆਇਆ ਸੀਗਾ, ਜੋ ਕ੍ਰਿਸ਼ਨ ਦੇਵ ਰਾਏ ਪਹਿਲੇ ਦਾ ਅਗਲਾ ਉੱਤਰਾਧਿਕਾਰੀ ਬਣੇ ਸੀਗੇ, ਅਚਯੁਤ ਦੇਵ ਰਾਏ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਅਚਯੁਤ ਦੇਵ ਰਾਏ ਦਾ ਉੱਤਰਾਧਿਕਾਰੀ ਕੌਣ ਸੀ? ਅੱਗੇ ਇਸ ਦਾ ਉੱਤਰਾਧਿਕਾਰੀ ਜਿਹੜਾ ਕੌਣ ਬਣਿਆ ਸੀਗਾ? ਵੈਂਕਟ ਪਹਿਲਾ, ਵੈਂਕਟ ਦੂਜਾ, ਕ੍ਰਿਸ਼ਨ ਦੇਵ ਰਾਏ ਜਾਂ ਦੇਵ ਰਾਏ ਪਹਿਲਾ। ਤਾਂ ਅਚਯੁਤ ਦੇਵ ਰਾਏ ਦਾ ਉੱਤਰਾਧਿਕਾਰੀ ਸੀ ਜਿਹੜਾ ਵੈਂਕਟ ਪਹਿਲਾ ਬਣਿਆ ਸੀਗਾ। ਆਪਸ਼ਨ ਊੜਾ ਇਸ ਦਾ ਅਗਲਾ ਉੱਤਰਾਧਿਕਾਰੀ ਸੀ। ਅਗਲਾ ਪ੍ਰਸ਼ਨ ਹੈ, ਵੈਂਕਟ ਪਹਿਲੇ ਤੇ ਸਦਾਸ਼ਿਵ ਰਾਏ ਦੇ ਸਮੇਂ ਸਾਮਰਾਜ ਦੀ ਅਸਲੀ ਸ਼ਕਤੀ ਕਿਹਦੇ ਹੱਥ ਵਿੱਚ ਸੀ? ਰਾਮ ਰਾਏ ਦੇ, ਕ੍ਰਿਸ਼ਨ ਦੇਵ ਰਾਏ ਦੇ, ਦੇਵ ਰਾਏ ਦੂਜੇ ਦੇ ਜਾਂ ਹਰੀਹਰ ਦੂਜੇ ਦੇ। ਤਾਂ ਵੈਂਕਟ ਪਹਿਲੇ ਤੇ ਸਦਾਸ਼ਿਵ ਰਾਏ ਦੇ ਸਮੇਂ ਜੋ ਵਿਜੇਨਗਰ ਸਾਮਰਾਜ ਸੀ ਤਾਂ ਇਹਦੀ ਜਿਹੜੀ ਸ਼ਕਤੀ ਸੀ ਉਹ ਰਾਮ ਰਾਏ ਦੇ ਹੱਥ ਵਿੱਚ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਸ ਸ਼ਾਸਕ ਦੀ ਕੂਟਨੀਤੀ ਕਰਕੇ ਬ੍ਰਾਹਮਣੀ ਰਾਜ ਦੇ ਵਿੱਚ ਫੁੱਟ ਜਾਂ ਵੰਡ ਪਈ ਸੀ? ਉਹ ਕਿਹੜਾ ਸ਼ਾਸਕ ਸੀ ਜਿਹਦੀ ਕੂਟਨੀਤੀ ਕਰਕੇ ਬ੍ਰਾਹਮਣੀ ਰਾਜ ਸੀ ਜਿਹੜਾ ਵੰਡਿਆ ਗਿਆ ਸੀ, ਉਹਨਾਂ ਦੇ ਵਿੱਚ ਫੁੱਟ ਪੈ ਗਈ ਸੀ? ਰਾਮ ਰਾਏ, ਸਦਾਸ਼ਿਵ ਰਾਏ, ਕ੍ਰਿਸ਼ਨ ਦੇਵ ਰਾਏ ਜਾਂ ਦੇਵ ਰਾਏ ਦੂਜਾ। ਤਾਂ ਦੇਵ ਰਾਏ ਦੂਜੇ ਦੀ ਕੂਟਨੀਤੀ ਕਰਕੇ ਜਿਹੜੀ ਬ੍ਰਾਹਮਣੀ ਰਾਜ ਦੇ ਵਿੱਚ ਫੁੱਟ ਪੈ ਗਈ ਸੀ, ਵੰਡ ਹੋ ਗਈ ਸੀ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਮੋਸਟ ਇੰਪੋਰਟੈਂਟ ਹੈ, ਤਲੀਕੋਟਾ ਦੀ ਲੜਾਈ ਕਿਸ ਕਿਸ ਦੇ ਵਿਚਕਾਰ ਹੋਈ ਸੀ? ਰਾਮ ਅਤੇ ਕ੍ਰਿਸ਼ਨ ਦੇਵ ਰਾਏ ਦੇ ਵਿਚਕਾਰ, ਰਾਮ ਰਾਏ ਅਤੇ ਸਦਾਸ਼ਿਵ ਰਾਏ, ਸਦਾਸ਼ਿਵ ਰਾਏ ਅਤੇ ਕ੍ਰਿਸ਼ਨ ਦੇਵ ਰਾਏ ਜਾਂ ਸੈਨਾਪਤੀ ਰਾਮ ਰਾਏ ਤੇ ਸੈਨਾਪਤੀ ਹੁਸੈਨ ਨਿਜ਼ਾਮ ਸ਼ਾਹੀ ਪਹਿਲੇ ਦੀਆਂ ਸੈਨਾਵਾਂ ਦੇ ਵਿਚਕਾਰ। ਤਾਂ ਜੋ ਤਲੀਕੋਟਾ ਦੀ ਲੜਾਈ ਸੀ ਤਾਂ ਸੈਨਾਪਤੀ ਰਾਮ ਰਾਏ ਤੇ ਸੈਨਾਪਤੀ ਹੁਸੈਨ ਨਿਜ਼ਾਮ ਸ਼ਾਹੀ ਪਹਿਲੇ ਦੀਆਂ ਸੈਨਾਵਾਂ ਦੇ ਵਿਚਕਾਰ ਹੋਈ ਸੀ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਤਲੀਕੋਟਾ ਦੀ ਲੜਾਈ ਦੇ ਵਿੱਚ ਕਿਸ ਸਾਮਰਾਜ ਦਾ ਜਿਹੜਾ ਪਤਨ ਹੈ ਉਹ ਹੋਇਆ ਸੀ? ਬ੍ਰਾਹਮਣੀ ਸਾਮਰਾਜ, ਮੁਗਲ ਸਾਮਰਾਜ, ਵਿਜੇਨਗਰ ਸਾਮਰਾਜ ਜਾਂ ਫਿਰ ਤੁਰਕ ਸਾਮਰਾਜ ਦਾ। ਤਾਂ ਤਲੀਕੋਟਾ ਦੀ ਲੜਾਈ ਦੇ ਵਿੱਚ ਜਿਹੜਾ ਵਿਜੇਨਗਰ ਸਾਮਰਾਜ ਦਾ ਪਤਨ ਹੋ ਗਿਆ ਸੀਗਾ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਸੋ ਰਾਮ ਰਾਏ ਤੇ ਸੈਨਾਪਤੀ ਅਤੇ ਹੁਸੈਨ ਨਿਜ਼ਾਮ ਸ਼ਾਹੀ ਪਹਿਲੇ ਦੀਆਂ ਸੈਨਾਵਾਂ ਦੇ ਵਿਚਕਾਰ ਸੀ ਜਿਹੜੀ ਤਲੀਕੋਟਾ ਦੀ ਲੜਾਈ ਹੋਈ ਸੀ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੰਟੀਨਿਊ ਤੁਹਾਨੂੰ ਟੌਪਿਕ ਵਾਈਜ਼ MCQ ਪ੍ਰਸ਼ਨ ਉੱਤਰ ਪ੍ਰੋਵਾਈਡ ਕਰਦੇ ਰਹਾਂਗੇ। ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜ਼ਰੂਰ ਕਰਦਿਆ ਕਰੋ। ਬਾਕੀ ਡੇਲੀ ਤੁਹਾਡੀ ਹੁਣ ਕਲਾਸ ਹੈ ਜਿਹੜੀ ਉਹ ਚੱਲਿਆ ਕਰੇਗੀ। ਸੋ ਵਿੱਚ ਦੀ ਕੰਪਲੀਟ GK ਜੋ ਵੀ ਪੰਜਾਬ ਦੇ ਵਿੱਚ ਹੋਣ ਵਾਲੇ ਐਗਜ਼ਾਮ ਨੇ, ਅੱਗੇ ਹੋਣ ਵਾਲੀਆਂ ਭਰਤੀਆਂ ਨੇ, ਸੋ ਉਹਦੀ ਕਲਾਸ ਵੀ ਨਾਲ ਨਾਲ ਚੱਲਦੀ ਰਹੇਗੀ। ਬਾਕੀ ਜੋ ਵੈਕੈਂਸੀਆਂ ਨਾਲ ਸੰਬੰਧਿਤ ਅਪਡੇਟ ਆਏਗੀ ਨਾਲ ਦੀ ਨਾਲ ਅਪਡੇਟ ਵੀ ਦਿੰਦੇ ਰਹਾਂਗੇ। ਸੋ ਚੈਨਲ ਨਾਲ ਜੁੜੇ ਰਹੋ, ਸਬਸਕ੍ਰਾਈਬ ਤੇ ਨਾਲ ਘੰਟੀ ਆਲ ਵੀਡੀਓ ਤੇ ਪ੍ਰੈਸ ਕਰਕੇ ਜ਼ਰੂਰ ਰੱਖ ਲਿਓ। ਧੰਨਵਾਦ ਜੀ।